कि किसानों को इस कानून की ज़रूरत नहीं थी, इस कानून को रद्द किया जाए। और जो हमारी मीटिंगें हुई हमारे नेताओं की उनके साथ, उसमें वो एक बात बोलते हैं, वो छल करते हैं। ਇਹਨਾਂ ਦੇ ਵਿੱਚੋਂ ਅਸੀਂ ਇਹ ਚੀਜ਼ਾਂ ਸਿੱਖੀਆਂ ਆ। ਸਾਡੇ ਗਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਅਸੀਂ ਬੱਚਿਆਂ ਨੂੰ ਵੀ ਇਹ ਗੱਲ ਦੱਸ ਰਹੇ ਆ ਕਿ ਤੁਸੀਂ ਆਪਣੇ ਹੱਕਾਂ ਦੇ ਲਈ ਲੜਨਾ ਜਿਹੜਾ ਆ ਵਾਜਬ ਆ। मेरा ख्याल है कि सारी दुनिया इस गल नूं समझदी है कि जैविक हस्ती का संसार स्थापित है शुरू तो अज़लों, तो जिहड़ी साडी अपनी बुद्धि तो पैदा हुई हस्तियां ने वो ख्याली ने, कागजी ने, और वो बदलदियां रहिंदियां ने। जदों कि कुदरत का निज़ाम है जिहड़ा वो शुरू तो अज तक अटल है, अबदल है, यानी बदलदा है। ਦੇਖੋ ਹੁਣ ਤੱਕ ਜਿਹੜਾ ਵਪਾਰ ਆ, ਜਿਹੜਾ ਸਾਡਾ ਵਪਾਰਕ ਢਾਂਚਾ ਉਹਦੇ ਵਿੱਚ ਖੇਤੀ ਬਾਹਰ ਸੀਗੀ ਹੁਣ ਤੱਕ। ਇਹਦੀ ਵਜ੍ਹਾ ਕਰਕੇ ਜਿਹੜਾ ਛੋਟਾ ਕਿਸਾਨ ਆ ਜਾਂ ਜਿਹੜਾ ਮੱਧ ਵਰਗੀ ਕਿਸਾਨ ਆ ਉਹ ਬਚਿਆ ਹੋਇਆ ਸੀਗਾ ਮਾਰ ਤੋਂ, ਪਰ ਹੁਣ ਉਹ ਇਸ ਇਹ ਕਾਨੂੰਨਾਂ ਦੇ ਨਾਲ ਉਹ ਉਹਨਾਂ ਦੀ ਮਾਰ ਦੇ ਵਿੱਚ ਆ ਜਾਂਦਾ। ਮੋਨਸੈਂਟੋ ਕਹਿੰਦੀ ਹੈ ਕਿ ਤੁਸੀਂ ਮੰਨ ਲਓ ਫਰਜ਼ ਕਰੋ ਕਿ ਤੁਸੀਂ ਪਰ ਹੈਕਟੇਅਰ ਜਿਹੜੀ ਮੇਰੇ ਜੇ ਬੀਜ ਤੁਸੀਂ ਲੈਂਦੇ ਹੋ ਪਰ ਹੈਕਟੇਅਰ ਦੇ ਵਿੱਚ ਜ਼ਿਆਦਾ ਫਸਲ ਦਊਗਾ। ਉਹਦੇ ਨਾਲ ਕੀ ਆ ਕਿ ਮੈਂ ਉਹ ਜੈਨੇਟਿਕਲੀ ਮੋਡੀਫਾਈਡ ਮੰਨ ਲਓ ਮੇਰਾ ਗਵਾਂਢੀ ਮੋਨਸੈਂਟੋ ਤੋਂ ਲੈ ਕੇ ਫਸਲ ਆਪਦਾ ਫਸਲ ਬੀਜ ਰਿਹਾ, ਉਹਦੀ ਪਰ ਹੈਕਟੇਅਰ ਮੇਰੀ ਫਸਲ ਦੇ ਨਾਲੋਂ ਜਿਹੜੀ ਮੈਂ ਕਾਨੂੰਨਨ ਤੌਰ ਜਿਹੜੀ ਕੁਦਰਤੀ ਤਰੀਕੇ ਦੇ ਨਾਲ ਜਿਹੜੀ ਮੈਂ ਫਸਲ ਪੈਦਾ ਕਰ ਰਿਹਾ ਉਹਦੇ ਨਾਲੋਂ ਜ਼ਿਆਦਾ ਹੁੰਦੀ। ਮੈਂ ਇਹੀ ਸੋਚੂੰਗਾ ਅਗਲੇ ਸਾਲ ਮੈਂ ਵੀ ਇਹੋ ਫਸਲ ਬੀਜਾਂ ਜਿਹੜਾ ਮੇਰਾ ਗੁਆਂਢੀ ਬੀਜ ਰਿਹਾ। ਹੌਲੀ ਅਸੀਂ ਦੋ ਤਰੀਕੇ ਦੇ ਨਾਲ ਗੁਲਾਮ ਹੋ ਜਾਵਾਂਗੇ। ਇੱਕ ਅਸੀਂ ਜਿਨ੍ਹਾਂ ਤੋਂ ਅਸੀਂ ਕੰਪਨੀਆਂ ਤੋਂ ਅਸੀਂ ਬੀਜ ਖਰੀਦਣਾ ਆ, ਤੇ ਇੱਕ ਜਿਨ੍ਹਾਂ ਨੂੰ ਅਸੀਂ ਵੇਚਣਾ ਹੈ। ਹੁਣ ਇਹ ਜਿਹੜਾ ਕੁਦਰਤ ਦਾ ਨਿਯਮ ਹੈ ਇਹ ਅੱਜ ਦੀ ਸਥਾਪਿਤ ਸਭਿਅਤਾ ਹਜ਼ਾਰਾਂ ਸਾਲਾਂ ਤੋਂ ਤੋੜ ਰਹੀ ਹੈ ਬਾਰ-ਬਾਰ। ਪਹਿਲਾਂ ਪੁਰੋਹਿਤ ਹੁੰਦੇ ਸੀ, ਫਿਰ ਬਾਦਸ਼ਾਹ ਹੋ ਗਏ, ਫਿਰ ਆਹ ਰੈਪਰੈਜ਼ੈਂਟੇਟਿਵ ਸਿਸਟਮ ਆ ਗਏ, ਫਿਰ ਇਹ ਸਰਕਾਰਾਂ ਤੇ ਨੇਸ਼ਨਸ ਐਂਡ ਸੋ ਔਨ। ਉਸ ਦੇ ਨਾਲ ਪ੍ਰੋਬਲਮ ਇਹ ਹੋਈ ਕਿ ਕੁਦਰਤ ਦਾ ਜਿਹੜਾ ਨਿਜ਼ਾਮ ਹੈ, ਕੁਦਰਤ ਦੇ ਨਿਜ਼ਾਮ ਦੇ ਵਿੱਚ ਮਨੁੱਖ ਨੇ ਆਪਣੀ ਨਿਜ਼ਾਮਤ ਜਿਹੜੀ ਹੈ ਉਹ ਓਵਰ ਪਾਵਰ ਕਰ ਦਿੱਤੀ। ਹੁਣ ਇਹ ਜਿਹੜੀ ਓਵਰ ਪਾਵਰ ਕਰਨਾ ਹੈ ਇੱਥੇ ਹੀ ਪ੍ਰੋਬਲਮ ਖੜੀ ਹੋਈ ਆ। ਹੁਣ ਜਿਵੇਂ ਮਨੁੱਖ ਜਿੰਨੇ ਵੀ ਸੰਸਾਰ 'ਚ ਹੈਗੇ ਆ ਉਹਨਾਂ ਨੂੰ ਧਰਤੀ ਦੀ ਵੰਡ ਆਪਣੇ ਵਿਚਕਾਰ ਕਰਨੀ ਚਾਹੀਦੀ ਸੀ ਆਪਣੇ ਰਿਜ਼ਕ ਦੇ ਅਨੁਸਾਰ। ਫਰਜ਼ ਕਰੋ ਮੈਂ ਪ੍ਰੋਫੈਸਰ ਹੈ, ਲੇਕਿਨ ਮੈਨੂੰ ਆਪਣੀ ਖੁਰਾਕ ਲਈ ਇੱਕ ਕਿੱਲਾ ਜ਼ਰੂਰ ਮਿਲਣਾ ਚਾਹੀਦਾ ਸੀਗਾ ਕਿ ਮੈਂ ਆਪਣੀ ਖੁਰਾਕ ਖੁਦ ਪੈਦਾ ਕਰਾਂ। ਬਾਕੀ ਮੈਂ ਜੋ ਪੜ੍ਹਦਾ ਹੈ ਪੜ੍ਹਾਉਂਦਾ ਹੈ ਉਹ ਐਡੀਸ਼ਨਲ ਗੱਲ ਆ, ਠੀਕ ਹੈ ਨਾ। ਲੇਕਿਨ ਖੁਰਾਕ ਨੂੰ ਵਪਾਰ ਬਣਾ ਦੇਣਾ, ਆਪਾਂ ਜਾਣਦੇ ਹਾਂ ਕਿ ਵਪਾਰ ਵੀ ਜੈਵਿਕ ਨਹੀਂ ਹੈ, ਵਪਾਰ ਵੀ ਖਿਆਲ ਹੈ, ਸਿੱਕਾ ਵੀ ਖਿਆਲ ਹੈ। ਅਸੀਂ ਜੈਵਿਕੀ ਨਾਲੋਂ ਖਿਆਲ ਨੂੰ ਸੁਪਰੀਮ ਕਰ ਦਿੱਤਾ। ਵਿਦ ਦੀ ਰਿਜ਼ਲਟ ਜੈਵਿਕੀ ਜਿਹੜੀ ਹੈ ਉਸ ਦੀ ਇੰਪੋਰਟੈਂਸ ਸਾਡੇ ਕੋਲ ਸਿਰਫ ਹਿਊਮਨ ਰਿਸੋਰਸਿਸ ਦੇ ਰੂਪ 'ਚ ਰਹਿ ਗਈ। ਜਿਵੇਂ ਕਿ ਨੈਚੁਰਲ ਰਿਸੋਰਸਿਸ ਹੈਗੇ ਆ, ਮਿਨਰਲ ਰਿਸੋਰਸਿਸ ਹੈਗੇ ਆ, ਪੈਟਰੋਲੀਅਮ ਰਿਸੋਰਸਿਸ ਹੈਗੇ ਆ, ਇਸ ਤਰ੍ਹਾਂ ਹਿਊਮਨ ਰਿਸੋਰਸਿਸ ਹੋ ਗਏ, ਇਸ ਤਰ੍ਹਾਂ ਐਨੀਮਲ ਰਿਸੋਰਸਿਸ ਹੋ ਗਏ। ਇਹ ਇਤਨਾ ਬੁਲਸ਼ਿਟ ਹੈ ਕਿ ਇੱਥੋਂ ਤਿੱਕਰ ਹਜ਼ਾਰਾਂ ਸਾਲਾਂ 'ਚ ਅਸੀਂ ਇੰਨੀ ਗੰਦਗੀ ਦੇ ਵਿਚਾਰਾਂ ਤਿੱਕਰ ਪਹੁੰਚ ਚੁੱਕੇ ਹਾਂ।
ਅਸੀਂ ਬਹੁਤ ਵਾਰੀ ਹਥਿਆਰਬੰਦ ਘੋਲ ਕਰਕੇ, ਉਹ ਤੁਹਾਨੂੰ ਪਤਾ ਆ ਕਿ 2 ਵਾਰੀ ਤੇ ਮੇਰੀ ਜ਼ਿੰਦਗੀ 'ਚ ਹੀ ਦੇਖਿਆ, 70ਵਿਆਂ ਦੇ ਵਿੱਚ ਨਕਸਲਾਈਟ ਮੂਵਮੈਂਟ ਸੀ ਪੰਜਾਬ 'ਚ, ਬੜੀ ਮਜ਼ਬੂਤ ਸੀ, ਔਰ ਉਦੋਂ ਬਾਅਦ 80ਵਿਆਂ ਦੇ ਵਿੱਚ ਅਸੀਂ ਤੁਸੀਂ ਦੇਖੋ ਕਿ ਖਾੜਕੂ, ਸਿੱਖ ਖਾੜਕੂਵਾਦ ਦੀ ਮੂਵਮੈਂਟ ਕਾਫੀ ਸਟਰੋਂਗ ਸੀ। ਦੋਵਾਂ 'ਚੋਂ ਹੀ ਅਸੀਂ ਬਹੁਤ ਆਪਣਾ ਨੁਕਸਾਨ ਕਰਾਇਆ। ਸਾਡੇ ਕਿਸਾਨ ਲੀਡਰਾਂ ਦੇ ਵਿੱਚ ਇਹ ਲਗਾਤਾਰ ਇਹ ਭਾਵਨਾ ਅੱਜ ਵੀ ਜਿਹੜੀ ਬੜੀ ਪ੍ਰਬਲ ਹੈ ਕਿ ਮਾਰ ਨਹੀਂ ਖਾਣੀ, ਅਸੀਂ ਹੁਣ ਆਪਣਿਆਂ ਨੂੰ ਮਰਵਾਉਣਾ ਨਹੀਂ, ਉਹਨਾਂ ਨੂੰ ਖਤਮ ਕਰਾਂਗੇ ਔਰ ਉਹਨਾਂ ਦੇ ਹਥਿਆਰਾਂ ਨੂੰ ਹੀ ਵਰਤ ਕੇ, ਉਹਨਾਂ ਨਾਲੋਂ ਵਧੀਆ ਢੰਗ ਨਾਲ ਵਰਤ ਕੇ ਉਹਨਾਂ ਨੂੰ ਉਹਨਾਂ ਦੀ ਧਰਤੀ 'ਤੇ ਹਰਾ ਕੇ ਜਾਵਾਂਗੇ। ਇਹ ਬੜੀ ਇੱਕ ਵਿਜ਼ਨਰੀ ਔਰ ਬੜੀ ਸਮਝਦਾਰੀ ਦੀ ਗੱਲ ਆ। ਮੈਂ ਇੱਥੇ ਇਹ ਵੀ ਕਹਿ ਦਿਆਂ ਕਿ ਇਸ ਮੂਵਮੈਂਟ ਨੂੰ ਬਣਾਉਣ ਲਈ ਇਕੱਲਾ ਕਿਸਾਨ ਲੀਡਰਸ਼ਿਪ ਦਾ ਰੋਲ ਹੀ ਨਹੀਂ, ਉਹਨਾਂ ਦਾ ਤਾਂ ਅਹਿਮ ਭੂਮਿਕਾ ਹੈ ਹੀ ਹੈ। ਉਹ ਗਰਾਊਂਡ ਤਿਆਰ ਕਰਨ ਲਈ ਇੱਥੇ ਬਹੁਤ ਇੰਟੈਲੈਕਚੁਅਲਸ ਦਾ, ਬਹੁਤ ਹੋਰ ਐਕਟੀਵਿਸਟਾਂ ਦਾ, ਉਹਨਾਂ ਦਾ ਲਗਾਤਾਰ ਆਰਟੀਕਲ ਲਿਖਣਾ, ਲਗਾਤਾਰ ਸਪੋਰਟ ਦੇਣੀ, ਉਹ ਅਖਬਾਰਾਂ ਨੂੰ ਕਿਸਾਨਾਂ ਦੇ ਲੀਡਰਾਂ ਵੱਲੋਂ ਤੇ ਆਮ ਬੰਦਿਆਂ ਵੱਲੋਂ ਪੜ੍ਹਨਾ, ਮੀਡੀਆ 'ਚ ਜਾ ਕੇ ਗੱਲਾਂ ਕਰਨੀਆਂ, ਉਹਦੇ ਨਾਲ ਇੱਕ ਕਾਫੀ ਇੱਕ ਤੁਸੀਂ ਕਹੋ ਕਿ ਵਿਚਾਰਧਾਰਕ ਆਧਾਰ ਵੀ ਬਣਿਆ ਔਰ ਲੋਕਾਂ ਦੀ ਇਸ ਮੂਵਮੈਂਟ ਬਾਰੇ ਇਹ ਕਿਵੇਂ ਚਲਾਉਣੀ ਆ ਔਰ ਇਸ ਦੇ ਤਿੰਨਾਂ ਕਾਨੂੰਨਾਂ ਦੇ ਪੇਚ ਕੀ ਹੈ ਉਹ ਸਾਰੇ ਕਲੀਅਰ ਕਰ ਕਰਕੇ ਸਾਡੇ ਅਰਥ ਸ਼ਾਸਤਰੀਆਂ ਨੇ, ਪੋਲੀਟੀਕਲ ਹੋਰਨਾਂ ਜਿਹੜੇ ਬੰਦੇ ਰਾਜਨੀਤੀ ਨੂੰ ਸਮਝਦੇ ਸੀ, ਉਹਨਾਂ ਨੇ ਇਸ ਨੂੰ ਕਾਫੀ ਸਾਫ਼ ਸੁਥਰਾ ਕਰਕੇ ਉਹਨਾਂ ਸਾਹਮਣੇ ਪੇਸ਼ ਕੀਤਾ, ਜਿਹਦੇ ਨਾਲ ਕੁੱਲ ਮਿਲਾ ਕੇ ਇਹ ਹੋਇਆ ਇੱਕ ਜ਼ਬਰਦਸਤ ਤੂਫਾਨ ਖੜਾ ਹੋਇਆ ਜਿਹੜਾ ਐਨ ਹੁਣ ਦਿੱਲੀ ਦੀਆਂ ਬਰੂਹਾਂ ਤੇ ਡਟ ਕੇ ਖੜੇ ਆ। ਆਵਨੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜੈ ਕੌਣ ਭਲੇ ਕੋ ਮੰਦੇ। ਜਿਹੜਾ ਇੱਕ ਨਾਰਾ ਸੀ ਹਿੰਦੂ ਮੁਸਲਮ ਸਿੱਖ ਈਸਾਈ ਸਭ ਹੈ ਭਾਈ ਭਾਈ, ਇਹ ਹੁਣ ਸੱਚ ਹੋਇਆ, ਇਹ ਸੱਚ ਦਾ ਨਿਖੇੜਾ ਹੋਇਆ ਤੇ ਸਾਰੇ ਅਸੀਂ ਇਕੱਠੇ ਆ ਤੇ ਜਿਹੜਾ ਇਹ ਕਾਲੇ ਕਾਨੂੰਨ ਹੈ ਉਹ ਵਾਪਸ ਕਰਵਾ ਕੇ ਹੀ ਹਟਾਂਗੇ ਤੇ ਮੋਦੀ ਸਰਕਾਰ ਦੇ ਜਿਹੜੇ ਕੰਨ ਬੰਦ ਹੋਏ ਪਏ ਨੇ ਉਹ ਖੋਲ ਕੇ ਹਟਾਂਗੇ। ਹੁਣ ਇਹ ਕੀ ਲੋਕ ਪੱਖੀ ਹੈ, ਲੋਕਾਂ ਦਾ ਫਾਇਦਾ ਕਰੂਗਾ ਇਹ ਚੀਜ਼, ਇਹਦੇ ਨਾਲ ਕੀ ਨੁਕਸਾਨ ਨੇ, ਇਹ ਸਮਝਣ ਲਈ ਇਹ ਸਮਝੋ ਵੀ ਸਟੇਟ ਦੀਆਂ ਜਿਹੜੀਆਂ ਮੰਡੀਆਂ ਨੇ ਸਿੰਪਲ ਰੂਪ ਦੇ ਵਿੱਚ ਉਹ ਕੱਲੀ ਮੰਡੀ ਜੋ ਹੈ ਉਹ ਟਰੇਡ ਦੇ ਉੱਤੇ ਕੁਛ ਨਾ ਕੁਛ ਜੋ ਹੈ ਸਰਕਾਰੀ ਫੀਸ ਲੈਂਦੀ ਹੈ ਤੇ ਉਹ ਫੀਸ ਜਿਹੜੀ ਹੈ ਸਟੇਟ ਗਵਰਨਮੈਂਟ ਦੇ ਖਾਤੇ ਦੇ ਵਿੱਚ ਜਾਂਦੀ ਹੈ, ਜਿਹਦੀ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਕਿਤੇ 2000 ਕਰੋੜ ਤੱਕ ਦਾ ਜਿਹੜਾ ਹੈ ਇਹਨਾਂ ਦੇ ਰੈਵਨਿਊ ਜੋ ਹੈ ਮੰਡੀਆਂ ਦੇ ਵਿੱਚੋਂ ਜਿਹੜੀਆਂ ਕਿ ਮੋਨੋਪੋਲੀ ਦੇ ਰੂਪ ਦੇ ਵਿੱਚ ਚੱਲਦੀਆਂ ਸੀ ਪੰਜਾਬ ਦੇ ਵਿੱਚ, 2000 ਕਰੋੜ ਤੋਂ ਉੱਪਰ ਦਾ ਰੈਵਨਿਊ ਜੋ ਹੈ ਸਟੇਟ ਸਰਕਾਰ, ਸਟੇਟ ਗਵਰਨਮੈਂਟ ਦੇ ਖਾਤੇ ਦੇ ਵਿੱਚ ਚਲਾ ਜਾਂਦਾ। ਹੁਣ ਕਿਉਂਕਿ ਇਹ ਐਕਟ ਆ ਗਿਆ ਹੈ ਤੇ ਇਹਨੇ ਓਪਨ ਮਾਰਕੀਟ ਅਵੇਲ ਕਰ ਦਿੱਤੀ ਹੈ ਕਿ ਉਹ ਮਾਰਕੀਟ ਦੇ ਉੱਤੇ ਕਹਿ ਰਹੇ ਨੇ ਵੀ ਉਹ ਨਵੀਆਂ ਮਾਰਕੀਟਾਂ ਜੇ ਹੋਰ ਆ ਰਹੀਆਂ ਨੇ ਤਾਂ ਉਹ ਮਾਰਕੀਟਸ ਜੋ ਹੈ ਕੁਛ ਨਾ ਕੁਛ ਟੈਕਸ ਜਾਂ ਕੁਛ ਨਾ ਕੁਛ ਰੈਮੂਨਰੇਸ਼ਨ ਸਟੇਟ ਗਵਰਨਮੈਂਟ ਨੂੰ ਦੇਣਗੀਆਂ। ਨਹੀਂ, ਬਿਲਕੁਲ ਨਹੀਂ, ਇਹ ਐਕਟ ਨੇ ਉਹ ਬਿਲਕੁਲ ਖਤਮ ਕਰ ਦਿੱਤਾ ਹੈ, ਬਲਕਿ ਇਹ ਪ੍ਰੋਟੈਕਸ਼ਨ ਦਿੱਤੀ ਹੈ ਨਵੇਂ ਟਰੇਡਰਸ ਨੂੰ ਵੀ ਤੁਸੀਂ ਜੇ ਟਰੇਡ ਕਰਦੇ ਹੋ ਤਾਂ ਤੁਹਾਨੂੰ ਕਿਸੇ ਰੂਪ ਦੀ ਮਾਰਕੀਟ ਫੀਸ ਨਹੀਂ ਦੇਣੀ ਪਊਗੀ, ਉਹ ਤੁਹਾਡੀ ਵੇਵ ਆਫ ਕਰ ਦਿੱਤੀ ਹੈ। ਤਾਂ ਇੱਕ ਤਰ੍ਹਾਂ ਨਾਲ ਮਤਲਬ ਕਿ ਸਟੇਟ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਉਸ ਪੈਸੇ ਦਾ। ਹੁਣ ਉਹ ਪੈਸਾ ਕੀ ਲੋਕਾਂ ਦੀ ਭਲਾਈ ਲਈ ਨਹੀਂ ਲੱਗਦਾ ਸੀਗਾ ਕਿ ਉਹਦੇ ਨਾਲ ਸੜਕਾਂ ਨਹੀਂ ਬਣਾ ਰਹੀ ਸੀ ਸਟੇਟ ਗਵਰਨਮੈਂਟ ਜਾਂ ਜਿਹੜੀਆਂ ਲਿੰਕ ਰੋਡਸ ਵਗੈਰਾ ਨੇ ਉਹ ਸਾਰੀਆਂ ਉਸ ਖਰਚੇ ਤੋਂ ਬਣਦੀਆਂ ਸੀ। ਤਾਂ ਅਹਿਮ ਰੂਪ ਦੇ ਵਿੱਚ ਹਜੇ ਤੱਕ ਇਸ ਐਕਟ ਨੂੰ ਜੋ ਹੈ ਕਨਸਟੀਟਿਊਸ਼ਨਲ ਪ੍ਰਿੰਸੀਪਲਸ ਦੇ ਉੱਤੇ ਬ੍ਰੌਡਲੀ ਇਸ ਰੂਪ 'ਚ ਚੈਲੰਜ ਕੀਤਾ ਜਾ ਰਿਹਾ ਵੀ ਪ੍ਰੋਸੀਜਰਲੀ ਇਹ ਜੋ ਹੈ ਗਲਤ ਹੈ, ਕਨਸਟੀਟਿਊਸ਼ਨਲੀ ਪ੍ਰੋਸੀਜਰ ਅਡਾਪਟ ਨਹੀਂ ਕੀਤਾ ਗਿਆ ਜੋ ਪ੍ਰੋਸੀਜਰ ਹੈ। ਪਰ ਮੇਰਾ ਕਹਿਣਾ ਇਹ ਹੈ ਵੀ ਜਿਹੜੇ ਫੰਡਾਮੈਂਟਲ ਰਾਈਟਸ ਨੇ ਲੋਕਾਂ ਦੇ ਤੇ ਉਹਦੇ ਵਿੱਚ ਜਿਹੜੀਆਂ ਸਟੇਟ ਡਿਊਟੀਜ਼ ਨੇ ਕਨਸਟੀਟਿਊਸ਼ਨ 'ਚ ਦਿੱਤੀਆਂ ਹੋਈਆਂ, ਜਿਹਦੇ ਵਿੱਚ ਸਟੇਟ ਦੀ ਰਿਸਪੌਂਸਿਬਿਲਟੀ ਹੈ ਵੀ ਤੁਸੀਂ ਇੱਕ ਪ੍ਰੋਪਰ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਨਾ ਆਪਦੇ ਸਬਜੈਕਟਸ ਨੂੰ, ਆਪਦੇ ਸਿਟੀਜ਼ਨਸ ਨੂੰ, ਤੁਸੀਂ ਰੋਡਸ ਪ੍ਰੋਵਾਈਡ ਕਰਨੇ ਆ, ਟਰਾਂਸਪੋਰਟੇਸ਼ਨ, ਮੈਡੀਕਲ ਫੈਸਿਲਿਟੀਜ਼ ਐਂਡ ਆਲ। ਜਦੋਂ ਇਹ ਇੰਨਾ ਵੱਡੀ ਅਮਾਊਂਟ ਉਹ ਸਟੇਟ ਦੇ ਰੈਵਨਿਊ 'ਚੋਂ ਤੁਸੀਂ ਜੋ ਹੈ ਬੰਦ ਕਰ ਦਿਓਗੇ ਉਹ ਜਾਣੀ, ਤਾਂ ਕੀ ਉਹ ਇੰਪੈਕਟ ਨਹੀਂ ਹੋਊਗਾ? ਤਾਂ ਕਿਤੇ ਨਾ ਕਿਤੇ ਇਹ ਵੀ ਡਿਬੇਟੇਬਲ ਚੀਜ਼ ਹੈ, ਲੀਗਲ ਐਸਪੈਕਟ ਇਹਦਾ ਜੋ ਹੈ ਕੋਰਟਾਂ ਦੇ ਅੱਗੇ ਸਕਰੂਟਨੀ ਦੇ ਵਿੱਚ ਹੈ। ਮੈਂ ਉਮੀਦ ਕਰਦਾ ਵੀ ਕੋਈ ਨਾ ਕੋਈ ਇਹ ਕੋਰਟ ਦੇ ਧਿਆਨ 'ਚ ਲਿਆਊਗਾ ਵੀ ਕਿਤੇ ਨਾ ਕਿਤੇ ਜਿਹੜੀਆਂ ਸਟੇਟ ਡਿਊਟੀਜ਼ ਨੇ ਉੱਥੇ ਵੀ ਹੈਂਪਰ ਕਰ ਰਿਹਾ, ਬੰਦੇ ਦੇ ਫੰਡਾਮੈਂਟਲ ਰਾਈਟਸ ਨੇ ਜਿਹੜੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹ ਜਾ ਕੇ ਹੈਂਪਰ ਕਰੂਗਾ, ਕਿਤੇ ਨਾ ਕਿਤੇ ਜਾ ਕੇ ਉਹ ਇਫੈਕਟ ਕਰੂਗਾ। ਬਟ ਫॉर दैट ਤੁਹਾਨੂੰ ਥੋੜਾ ਜਿਹਾ ਡਾਟਾ ਦੀ ਲੋੜ ਹੈ, ਰਿਸਰਚ ਦੀ ਲੋੜ ਹੈ, ਉਹ ਸਮੇਂ ਨਾਲ ਆਪਾਂ ਨੂੰ ਪਤਾ ਲੱਗ ਜੂਗਾ ਵੀ ਇਹ ਕਿਸ रूप 'ਚ ਆਪਣੇ ਨੁਕਸਾਨਦਾਈ ਸੀਗੇ ਇਹ एक्ट। एपीएमसी की जो मंडियां हैं उनको सिस्टमैटिकली ख़त्म करने की बू इन एक्ट से आती है, जो नई एग्रीकल्चर पॉलिसी है सरकार की उससे आती है कि एक बार आप प्राइवेट प्लेयर को घुसाते हैं, वो शुरू में इंसेंटिव देता है, फिर बाद में पूरी मार्केट उसकी हो जाती है और फिर वो पूरी मार्केट कंट्रोल करता है, जिसको हम बोलते हैं मोनोपोली। पंजाब तकरीबन इकट्ठा हो गया कल्चर लेवल ते
ਧਾਰਮਿਕ ਲੈਵਲ ਤੇ ਜਿਹੜੀਆਂ ਵੰਡਾਂ ਸੀ, ਜਿਹੜੀਆਂ ਬੜੀਆਂ ਇੱਕ ਦੂਜੇ ਦੇ ਵਿਰੋਧ 'ਚ ਖੜੇ ਸੀਗੇ, ਉਹਨਾਂ ਵਿੱਚ ਕਾਫੀ ਜ਼ਿਆਦਾ ਉਹ ਜਿਹੜੀਆਂ ਵੰਡਾਂ ਮੈਲਟ ਹੋ ਗਈਆਂ, ਢਲ ਗਈਆਂ, ਥੱਲੇ ਆ ਗਈਆਂ ਸਾਰਾ। ਤੇ ਇੱਕ ਦੂਜੇ ਨਾਲ ਪਹਿਲੀ ਵਾਰੀ ਇਹ ਲੱਗਦਾ ਵੀ ਪੰਜਾਬ ਇਕੱਠਾ ਹੋਇਆ। ਪੰਜਾਬ ਦੇ ਲੋਕਾਂ ਨੇ ਆਪਸੀ ਇੱਕ ਭਾਈਚਾਰਾ ਖੜਾ ਕੀਤਾ, ਮਜ਼ਬੂਤ ਭਾਈਚਾਰਾ ਖੜੇ, ਤਾਂ ਮਜ਼ਬੂਤ ਨਾ ਵੀ ਕਹੀਏ, ਇੱਕ ਭਾਈਚਾਰਾ ਖੜਾ ਹੋਇਆ। ਇਹਦੇ 'ਚੋਂ ਕਿੰਨਾ ਮਜ਼ਬੂਤ ਹੁੰਦਾ ਅੱਗੇ ਤੇ ਦੇਖਿਆ ਜਾਓ, ਕਿਉਂਕਿ ਇੱਥੇ ਜਿਹੜਾ ਲੰਬੇ ਸਮੇਂ ਤੋਂ ਆਪਸ ਵਿੱਚ ਦੀ ਸਮਾਜਿਕ ਤੇ ਧਾਰਮਿਕ ਲੈਵਲ ਤੇ ਜਿਹੜੀਆਂ ਫੁੱਟ ਪਾ ਕੇ, ਵੰਡ ਪਾ ਕੇ, ਤੋੜ ਕੇ ਸਮਾਜ 'ਚ ਅੰਗਰੇਜ਼ਾਂ ਨੇ ਵੀ ਇਸੇ ਲੈਵਲ ਪੈਟਰਨ ਤੇ ਰਾਜ ਕੀਤਾ, ਉਸੇ ਪੈਟਰਨ ਤੇ ਕਾਂਗਰਸ ਤੇ ਆਹ BJP ਹੁਣ ਤੱਕ ਰਾਜ ਕਰ ਰਹੀ ਹੈ। ਇਹ ਜਿਹੜੀ ਹੁਣ ਜਿਹੜੀ ਵੱਡੀ ਪ੍ਰਾਪਤੀ ਹੈ ਇਸ ਦੀ ਸਾਰੇ ਕਿਸਾਨ ਮੋਰਚੇ ਦੀ, ਜਾਂ ਜਿਹੜਾ ਹੁਣ ਜਨ ਮੋਰਚੇ ਦੇ ਲੈਵਲ ਤੇ ਬਣ ਗਿਆ, ਜਨ ਮੂਵਮੈਂਟ ਲਹਿਰ ਦੇ ਲੈਵਲ ਤੇ ਬਣ ਗਿਆ, ਉਹਦਾ ਇਹੀ ਫਰਕ ਪਿਆ ਵੀ ਇਹਨਾਂ ਦੇ ਆਪਸ ਵਿੱਚ ਦੀ ਜਿਹੜੀਆਂ ਫਰਕ ਸ਼ਰਕ ਸੀਗੇ ਸਾਰੇ, ਉਹ ਫਰਕ ਅੰਡਰਸਟੈਂਡਿੰਗ ਇੱਕ ਦੂਜੇ ਨਾਲ ਇਸ ਕਿਸਮ ਦੇ ਫਰਕ ਪੈ ਗਏ ਸੀ ਜਿਵੇਂ ਕਿਸੇ ਵੇਲੇ ਹਿੰਦੂ ਸਿੱਖਾਂ ਦਾ ਹਿੰਦੂ ਸਿੱਖਾਂ ਦਾ ਮੁਸਲਮਾਨਾਂ ਨਾਲ ਫਰਕ ਪਿਆ ਸੀ ਆਪਸ ਵਿੱਚ ਦੀ। ਜਿਵੇਂ ਅਸੀਂ ਕਹਿ ਦਈਏ ਪਿਛਲੇ ਸ਼ਹੀਨ ਬਾਗ ਦੇ ਮਸਲੇ ਤੱਕ, ਪਿਛਲੇ ਸਾਲ ਦੇ 2019 ਦੇ ਅਖੀਰ ਜੇ ਤੱਕ ਸਾਨੂੰ ਇਹ ਨਹੀਂ ਸੀ ਪਤਾ ਹੁੰਦਾ ਵੀ ਮਸਜਿਦਾਂ ਕੀ ਹੈ। ਅਸੀਂ ਇਹ ਮਸਜਿਦਾਂ ਨਾਲ ਅਸੀਂ ਅੰਦਰ ਨਹੀਂ ਸੀ ਮਸਜਿਦਾਂ 'ਤੇ ਗਏ ਪਿਛਲੇ 70 ਸਾਲਾਂ ਦੇ ਵਿੱਚ, ਤੇ ਉਹਦੇ ਨਾਲ ਇੰਨਾ ਤੋੜ ਵਿਛੋੜਾ ਪਾਰਟੀਸ਼ਨ ਨੇ ਕਰਤਾ ਸੀ, ਉਹ ਸਾਰਾ ਆਪਸ ਵਿੱਚ ਦੀ ਬ੍ਰਿਜ ਹੋ ਗਿਆ, ਉਹ ਸਾਰਾ ਤੈਅ ਹੋ ਗਿਆ। ਇਸ ਕਰਕੇ ਅਸੀਂ ਪਹਿਲੀ ਵਾਰੀ ਸਾਨੂੰ ਮੁਸਲਮਾਨਾਂ ਦੇ ਕਲਚਰ ਦਾ ਬਹੁਤਾ ਨਹੀਂ ਪਤਾ ਲੱਗਿਆ। ਅਸੀਂ ਜੀ ਮਸਜਿਦਾਂ ਜਾ ਕੇ ਖਾਣੇ ਖਾਧੇ, ਉਹ ਇੱਥੇ ਗੁਰਦੁਆਰਾ ਸਾਹਿਬ ਤੇ ਹੋਰ ਸਾਡੇ ਆਉਣੇ ਸ਼ੁਰੂ ਹੋ ਗਏ ਆ। ਇਹ ਇੱਕ ਸਿੰਬਲ ਆ ਆਪਣੇ ਆਪ ਦੇ ਵਿੱਚ ਵੀ ਸਾਡੇ ਜਿਹੜੇ ਪਾੜੇ ਸੀਗੇ ਇਸ ਕਿਸਮ ਦੇ ਸਮਾਜਿਕ ਤੇ ਧਾਰਮਿਕ, ਉਹਨਾਂ ਵਿੱਚ ਉਹ ਕਮਜ਼ੋਰ ਹੋਏ ਆ ਪਾੜੇ, ਨੇੜਤਾ ਵਧੀ ਆ ਸਾਡੀ। ਅੱਜ ਤੱਕ ਜਿੰਨੇ ਸਿਆਸੀ ਬੰਦੇ ਆ ਉਹ ਸਾਰੇ ਹੀ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਈ ਜਾਂਦੇ ਆ। ਅੱਜ ਇੱਥੇ ਹਿੰਦੂ ਵੀ ਬੈਠਾ, ਇੱਥੇ ਮੁਸਲਮਾਨ ਵੀ ਬੈਠਾ, ਇੱਥੇ ਸਿੱਖ ਵੀ ਬੈਠਾ, ਕ੍ਰਿਸਚਨ ਵੀ ਬੈਠੇ ਆ, ਹਰ ਇੱਕ ਧਰਮ ਦਾ ਆਦਮੀ ਬੈਠਾ। ਅਬ ਲੋਕ ਜਾਗਰੂਕ ਹੁੰਦੇ ਜਾਂਦੇ ਆ। ਹੁਣ ਇਸ ਵੇਲੇ ਵੈਸਟ ਵਿੱਚ ਕੰਜ਼ਿਊਮਰਿਜ਼ਮ ਦੀ ਫਤਹ ਹੋ ਚੁੱਕੀ ਹੈ ਤਕਰੀਬਨ। ਅੱਜ ਜੇ ਕਿਸੇ ਬੰਦੇ ਨੂੰ ਕਹੀਏ ਕਿ ਤੁਹਾਡੇ ਕੋਲ ਜ਼ਮੀਨ ਹੈ, ਤੁਸੀਂ ਖੁਰਾਕੀ ਆਤਮ ਨਿਰਭਰਤਾ ਵੱਲ ਵਧੋ, ਯਾਨੀ ਕਿ ਤੁਸੀਂ ਆਪਣੀ ਖੁਰਾਕ ਲਈ ਬਾਜ਼ਾਰ 'ਚ ਨਾ ਜਾਓ, ਤੁਹਾਡੇ ਕੋਲ ਜ਼ਮੀਨ ਹੈ, ਤੁਸੀਂ ਉਹਦੇ 'ਚ ਪੈਦਾ ਕਰੋ। ਠੀਕ ਹੈ, ਤੁਸੀਂ ਨਮਕ ਨਹੀਂ ਪੈਦਾ ਕਰ ਸਕਦੇ ਤਾਂ ਕੁਝ ਚੀਜ਼ਾਂ ਤਾਂ ਤੁਸੀਂ ਖਰੀਦ ਸਕਦੇ ਹੋ, ਬਾਕੀ ਤੁਸੀਂ ਆਪ ਪੈਦਾ ਕਰੋ, ਫਿਰ ਇਹ ਕ੍ਰਾਈਸਿਸ ਪੈਦਾ ਨਹੀਂ ਹੁੰਦਾ। ਪਰ ਲੇਕਿਨ ਮਨੁੱਖ ਇਸ ਜਾਲ 'ਚ ਫਸ ਚੁੱਕਿਆ ਹੈ ਕਿ ਕੰਜ਼ਿਊਮਰਿਜ਼ਮ ਤੋਂ ਬਿਨਾਂ ਮੇਰਾ ਗੁਜ਼ਾਰਾ ਕੋਈ ਨਹੀਂ, ਰਾਈਟ। ਸੋ ਇਹ ਵਰਸਿਸ ਹੋ ਚੁੱਕੇ ਆ, ਕੁਦਰਤ ਵਰਸਿਸ ਜਿਹੜੀ ਮਨੁੱਖ ਦੀ, ਜਿਹਨੂੰ ਕਹਿੰਦੇ ਆ ਆਰਟੀਫਿਸ਼ੀਅਲ ਇੰਟੈਲੀਜੈਂਸ, ਐਕਚੁਅਲੀ ਹੈ ਐਕਵਾਇਰਡ ਇੰਟੈਲੀਜੈਂਸ, ਕਿਉਂਕਿ ਇੰਟੈਲੀਜੈਂਸ ਦਾ ਸੋਰਸ ਤਾਂ ਕੁਦਰਤ ਹੈ। ਮਨੁੱਖ ਕੁਦਰਤ ਕੋਲੋਂ ਸਿੱਖ ਕੇ ਤੇ ਕੁਦਰਤ ਮਾਂ ਦੇ ਉੱਤੇ ਹੀ ਕਬਜ਼ਾ ਕਰਨ ਨੂੰ ਜਾਂਦਾ, ਇਸ ਕਰਕੇ ਇਹਨੂੰ ਐਕਵਾਇਰਡ ਇੰਟੈਲੀਜੈਂਸ ਕਹਿੰਦਾ ਮੈਂ। ਜਿਹੜਾ 3 ਬਿੱਲਾਂ ਨੂੰ ਲੈ ਕੇ ਆਉਣ ਦੀ ਗੱਲ ਆ, ਉਹਦੇ ਵਿੱਚ ਜਿਹੜਾ ਮਨੋਰਥ ਆ, ਉਹਦੇ ਵਿੱਚ ਨਾ ਬਹੁਤ ਸਾਰੀਆਂ ਚੀਜ਼ਾਂ ਨੇ। ਉਹਦੇ ਵਿੱਚ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਵੀ ਬਹੁਤ ਵੱਡਾ ਹੱਥ ਹੈ। ਇਹ ਜਿਹੜੇ 3 ਕਾਨੂੰਨ ਨੇ, ਇਦੋਂ ਪਹਿਲਾਂ ਕਾਂਗਰਸ ਨੇ ਲੈ ਕੇ ਆਉਣ ਦੀ ਵੀ ਕੋਸ਼ਿਸ਼ ਕੀਤੀ ਹੈ, ਪਰ ਉਹ ਕਹਿੰਦੇ ਕਿ ਸਾਡਾ ਜਿਹੜਾ ਮੰਤਵ ਸੀ ਉਹ ਅਲੱਗ ਸੀ ਇਹਨਾਂ ਨਾਲੋਂ, ਜਾਂ ਉਹਦਾ ਜਿਹੜਾ ਸਰੂਪ ਹੋਣਾ ਸੀ ਉਹ ਕਾਨੂੰਨਾਂ ਦਾ, ਉਹ ਇਹਨਾਂ ਤੋਂ ਅਲੱਗ ਹੋਣਾ ਸੀਗਾ, ਹੈ ਨਾ। ਅਤੇ ਜਿਹੜਾ ਦੇਖੋ ਇਹਨਾਂ ਨੂੰ ਇਹ ਜ਼ਰੂਰ ਪਤਾ ਸੀਗਾ ਕਿ ਇਹਦਾ ਵਿਰੋਧ ਹੋਊਗਾ। ਇਹਨਾਂ ਨੇ ਮਤਲਬ ਇੱਕ ਸਹੀ ਸਮਾਂ ਚੁਣਿਆ ਕਿ ਕੋਵਿਡ ਵਾਲਾ ਜਿਹੜਾ ਚੱਲ ਰਿਹਾ ਕਿ ਅਸੀਂ ਉਹਦੇ ਵਿੱਚ ਉਹਦੀ ਆੜ ਦੇ ਵਿੱਚ ਅਸੀਂ ਇਹਨੂੰ ਕੱਢ ਸਕਦੇ ਹਾਂ। ਇਹਨਾਂ ਨੂੰ ਜ਼ਰੂਰ ਪਤਾ ਸੀਗਾ ਕਿ ਖੇਤੀ ਪ੍ਰਧਾਨ ਲੋਕ ਦੁਨੀਆ ਦੇ ਵਿੱਚ ਖੇਤੀ 'ਤੇ ਨਿਰਭਰ ਕਰਨ ਵਾਲੇ 12% ਲੋਕ ਨੇ ਜਿਹੜੇ ਖੇਤੀਬਾੜੀ ਦੇ ਨਾਲ ਸੰਬੰਧ ਰੱਖਦੇ ਆ, ਪਰ ਇਕੱਲੇ ਹਿੰਦੁਸਤਾਨ ਦੇ ਵਿੱਚ ਜ਼ਿਆਦਾ 60% ਨੇ। ਪੂਰੀ ਦੁਨੀਆ 'ਚ ਸਿਰਫ 12% ਲੋਕ ਖੇਤੀ ਨਾਲ ਰਿਲੇਟ ਨੇ, ਪਰ ਹਿੰਦੁਸਤਾਨ ਦੇ ਵਿੱਚ 60 ਤੋਂ ਉੱਪਰ % ਲੋਕ ਨੇ ਜਿਹੜੇ ਖੇਤੀਬਾੜੀ ਦੇ ਵਿੱਚ ਸਿੱਧੇ ਇਨਵੋਲਵ ਨੇ। ਇਸ ਕਰਕੇ ਖੇਤੀਬਾੜੀ ਨੂੰ ਸਿੱਧਾ ਕਾਰਪੋਰੇਟ ਦੇ ਹੱਥ ਦੇ ਵਿੱਚ ਦੇਣ ਵਾਲਾ ਕੋਈ ਸਿਆਣਪ ਨਹੀਂ ਸੀ। ਮੈਂ ਇਹ ਕਹਿ ਰਿਹਾ ਕਿ ਖੇਤੀਬਾੜੀ ਦੇ ਵਿੱਚ ਰਿਫਾਰਮ ਦੀ ਜ਼ਰੂਰਤ ਹੈ, ਕਾਰਪੋਰੇਟਾਈਜੇਸ਼ਨ ਦੀ ਵੀ ਜ਼ਰੂਰਤ ਹੈ, ਪਰ ਉਹਦੇ ਵਿੱਚ ਕਿਸਾਨਾਂ ਦੇ ਹੱਕ ਨਾ ਮਾਰੇ ਜਾਣ। ਉਹਦੇ ਵਿੱਚ ਜਿਹੜੀ ਇਨਵੈਸਟਮੈਂਟ ਆ, ਉਹਦੇ ਵਿੱਚ ਜਿਹੜੀ ਸਰਕਾਰ ਆਪਣੀ ਜਵਾਬਦੇਹੀ ਨੂੰ ਖਤਮ ਕਰ ਰਹੀ ਹੈ, ਉਹ ਜਵਾਬਦੇਹੀ ਖਤਮ ਨਹੀਂ ਹੋਣੀ ਚਾਹੀਦੀ।
ਵੈਸਟਰਨ ਜਿਹੜਾ ਮਾਡਲ ਹੈ ਉੱਥੇ ਰਿਜ਼ਕ ਖੋਇਆ ਜਾ ਚੁੱਕਿਆ ਆਲਰੇਡੀ। ਕੰਪਨੀਆਂ, ਕਾਰਪੋਰੇਸ਼ਨਸ ਜਿਹੜੀਆਂ ਕਿ ਆਰਟੀਫੀਸ਼ੀਅਲ ਐਗਜ਼ਿਸਟੈਂਸ ਰੱਖਦੀਆਂ, ਉਹਨਾਂ ਦੇ ਕੋਲ ਸਭ ਕੁਝ ਚਲਾ ਗਿਆ। ਤੋ ਇਨੇ ਰਿਜ਼ਲਟ ਉਹਨਾਂ ਦੀ ਹੈਗੀ ਆ ਬਹੁਤ ਵੱਡੀ ਜ਼ਮੀਨ ਉਹਨਾਂ ਕੋਲ ਹੈ ਤੇ ਪਾਪੂਲੇਸ਼ਨ ਘੱਟ ਹੈ। ਸਾਡੇ ਕੋਲ ਜ਼ਮੀਨ ਥੋੜ੍ਹੀ ਹੈ ਤੇ ਪਾਪੂਲੇਸ਼ਨ ਬਹੁਤ ਵੱਡੀ ਹੈ। ਸੋ ਉਹਨਾਂ ਦਾ ਮਾਡਲ ਅਗਰ ਇੱਥੇ ਆ ਗਿਆ, ਇਸ ਦਾ ਮਤਲਬ ਹੈ ਕਿ ਸਾਡੇ ਕੰਟਰੀ ਦੀ ਅੱਧੀ ਤੋਂ ਵੱਧ ਪਾਪੂਲੇਸ਼ਨ ਹੈ ਜਿਹੜੀ, ਉਹਦੀ ਮੌਤ ਨਿਸ਼ਚਿਤ ਹੈ, ਅਕਾਲ ਮ੍ਰਿਤੂ, ਭੁੱਖਮਰੀ ਨਾਲ ਤੇ ਹੋਰ ਚੀਜ਼ਾਂ ਨਾਲ। ਸੋ ਸਾਇੰਸ ਸਾਨੂੰ ਦਿੰਦੀ ਆ ਸਿਆਣਪ, ਤੇ ਅਗਰ ਅਸੀਂ ਟੈਕਨੋਲੋਜੀ ਦੀ ਨਕਲ ਕਰ ਲੈਂਦੇ ਹਾਂ ਤੇ ਉਹ ਨਕਲ 'ਚ ਹੀ ਬੰਦਾ ਮਾਰਿਆ ਜਾਂਦਾ ਹਮੇਸ਼ਾ। ਸੋ ਇਸ ਕਰਕੇ ਜਿਹੜਾ ਇਸ ਵੇਲੇ ਦਿੱਲੀ ਮੋਰਚਾ ਲੱਗਿਆ, ਉਹ ਇਸ ਕਰਕੇ ਲੱਗਿਆ ਕਿ ਦੁਨੀਆ ਭਰ ਦੇ ਵਿੱਚ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਇੰਡਸਟਰੀ ਜਾਂ ਕਾਰਪੋਰੇਸ਼ਨ ਉੱਥੇ ਸਫਲ ਹੋ ਜਾਣਗੀਆਂ, ਪਾਪੂਲੇਸ਼ਨ ਘੱਟ ਹੈ, ਇੱਥੇ ਮੁਸੀਬਤ ਪੈ ਜਾਣੀ ਹੈ। ਚਾਈਨਾ 'ਚ ਆਲਰੇਡੀ ਮੁਸੀਬਤ ਆ, ਉੱਥੇ ਉਹਨਾਂ ਨੇ ਡਿਕਟੇਟਰਸ਼ਿਪ ਨਾਲ ਸਭ ਕੁਝ ਸੰਭਾਲਿਆ ਹੋਇਆ, ਲੇਕਿਨ ਉੱਥੇ ਮੌਤਾਂ ਜਦੋਂ ਹੁੰਦੀਆਂ ਤਾਂ ਬੇਕਿਰਕ ਮੌਤਾਂ ਹੁੰਦੀਆਂ, ਪਰ ਫਿਰ ਵੀ ਦੇ ਪ੍ਰੂਵਡ ਬੈਟਰ ਦੈਨ ਅਦਰਸ। ਲੇਕਿਨ ਇੰਡੀਆ ਵਿੱਚ ਜਾਂ ਮਿਡਲ ਈਸਟ ਵਿੱਚ ਜਾਂ ਸਾਊਥ ਈਸਟ ਏਸ਼ੀਆ ਦੇ ਵਿੱਚ ਇਹ ਮਾਡਲ ਜਿਹੜਾ ਹੈ ਇਹ ਬਹੁਤ ਖਤਰੇ ਨਾਲ ਭਰਪੂਰ ਹੈ। ਇਹ ਹੁਣ ਜਿਹੜਾ ਕਲੇਮ ਕੀਤਾ ਜਾ ਰਿਹਾ ਕਿ ਅਸੀਂ ਕਿਸਾਨਾਂ ਦੀ ਜਿਹੜੀ ਆਮਦਨ ਆ ਉਹ ਡਬਲ ਕਰ ਦਾਂਗੇ, ਕਰ ਦਿਓ। ਅਸੀਂ ਅੱਜ 2000 ਰੁਪਏ ਨੂੰ ਕਣਕ ਬੀਜ ਰਹੇ ਹਾਂ, ਸਰਕਾਰ ਸਾਤੋਂ 4000 ਨੂੰ ਖਰੀਦ ਲਵੇ, ਉਹ ਜਿਹਨੂੰ ਵੇਚਣੀ ਹੈ ਵੇਚ ਲਵੇ। ਜਿਹੜੀ ਇਸ ਸਮੇਂ ਦੇ ਉੱਤੇ ਜਿਹੜੀ ਲੈ ਕੇ ਆਉਣ ਵਾਲਾ, ਹੁਣ ਮੈਂ ਇਹ ਇੱਥੇ ਇੱਕ ਬਹੁਤ ਜ਼ਰੂਰੀ ਪੁਆਇੰਟ ਆ ਇਹ ਕਿ ਇਸ ਕੋਵਿਡ ਦੇ ਮੌਕੇ ਦੇ ਉੱਤੇ ਉਹਨੂੰ ਲੈ ਕੇ ਆਉਣਾ, ਇਹ ਸਰਕਾਰ ਦੀ ਨੀਤ ਤੇ ਸ਼ੱਕ ਲੈ ਕੇ ਆ ਰਿਹਾ ਵੀ ਹੁਣੀ ਕਿਉਂ ਲੈ ਕੇ ਆਏ ਇਹ ਕਾਰਪੋਰੇਟ ਦੇ ਲਈ ਜਿਹੜਾ ਪੱਧਰਾ ਕਰ ਰਿਹਾ, ਮਤਲਬ ਜਿਹਨੂੰ ਕਹਿੰਦੇ ਖਾਲ ਕੱਢਣਾ, ਇੱਕ ਕਾਰਪੋਰੇਟ ਲਈ ਖਾਲ ਕੱਢ ਰਿਹਾ। ਜੇ ਅਸੀਂ ਇੱਕ ਕਾਰਪੋਰੇਟ ਜੇ ਖੇਤੀ ਦੀ ਗੱਲ ਕਰਨੀ ਹੈ ਨਾ, ਤਾਂ ਦੁਨੀਆ ਦੇ ਵਿੱਚ ਸਭ ਤੋਂ ਬੈਸਟ ਜਿਹੜਾ ਮਾਡਲ ਆ ਨਾ, ਉਹ ਨੀਦਰਲੈਂਡ ਦਾ ਹੈ, ਡੱਚ ਮਾਡਲ ਆ। ਉਹਨਾਂ ਨੇ ਖੇਤੀ ਨੂੰ ਉਹਦਾ ਮਤਲਬ ਉਹਦਾ ਵਪਾਰੀਕਰਨ ਵੀ ਕੀਤਾ ਉਹਨਾਂ ਨੇ ਫਸਲਾਂ ਦਾ। ਉਹ ਕਹਿ ਰਹੇ ਆ ਕਿ ਅਸੀਂ ਇੱਦਾਂ ਦੀਆਂ ਫਸਲਾਂ ਦੇ ਬੀਜ ਤਿਆਰ ਕਰ ਰਹੇ ਹਾਂ ਜਿਹੜੀਆਂ 90% ਘੱਟ ਪਾਣੀ ਦੀ ਵਰਤੋਂ ਦੇ ਨਾਲ ਡਬਲ ਅਸੀਂ ਉਪਜ ਲੈ ਸਕਦੇ ਹਾਂ। ਉਹਨਾਂ ਦੀਆਂ ਸਰਕਾਰਾਂ ਨੇ, ਯੂਰਪੀਅਨ ਯੂਨੀਅਨ ਆ ਜਿਹੜੀ ਸਨ 2019 ਦੇ ਵਿੱਚ ਉਹਨਾਂ ਨੇ ਮਤਲਬ ਕਿ ਚੋਖਾ ਜਿਹੜਾ ਪੈਸਾ ਆ ਉਹ ਇਨਵੈਸਟ ਕਰਨਾ ਆ, ਅਤੇ ਕਿਹਦੇ ਵਿੱਚ ਕਰਨਾ ਆ, ਡੱਚ ਗਵਰਨਮੈਂਟ ਦੇ ਨਾਲ ਉਹਨਾਂ ਨੇ ਮਤਲਬ ਉਹ ਕੀਤਾ ਕਿ ਅਸੀਂ ਤੁਹਾਨੂੰ ਪੈਸਾ ਦੇਵਾਂਗੇ, ਤੁਸੀਂ ਡਾਇਰੈਕਟ ਕਿਸਾਨਾਂ ਨੂੰ ਦੇਣਾ ਆ ਜਾਂ ਉਹਨੂੰ ਕਿਹੜੇ ਤਰੀਕੇ ਦੇ ਨਾਲ ਤੁਸੀਂ ਕਿਸਾਨਾਂ ਨੂੰ ਦੇਣਾ ਆ। ਪੂਰੇ ਯੂਰਪ ਦੇ ਵਿੱਚ ਪੂਰਾ ਜਿਹੜਾ ਖੇਤੀ ਦੀ ਕਾਰਪੋਰੇਟਾਈਜੇਸ਼ਨ ਆ, ਖੇਤੀ ਦਾ ਜਿਹੜਾ ਮਾਡਲ ਆ, ਉਹ ਡੱਚ ਨੀਦਰਲੈਂਡ ਲੋਕਾਂ ਦੇ ਉੱਤੇ ਉਹਨਾਂ ਨੇ ਕੇਂਦਰਿਤ ਕੀਤਾ ਹੋਇਆ। ਉਹ ਆਪਦੇ ਮਤਲਬ ਤਾਂ ਭਾਰੀ ਰਹੇ ਨੇ, ਮਤਲਬ ਕਿ ਉਹ ਪੂਰੀ ਯੂਰਪ ਦਾ ਵੀ ਢਿੱਡ ਭਰ ਰਿਹਾ। ਅਸਲ 'ਚ ਇਸ ਲਹਿਰ ਦੇ ਜਿਹੜੇ ਮੈਸੇਜ ਹੈ, ਜੇ ਤੁਸੀਂ ਸਮਝੋ ਤਾਂ ਬਹੁਤ ਵੱਡੇ ਮੈਸੇਜ ਉਹ ਹੈਗੇ ਆ। ਇਹ ਛੋਟਾ ਕੰਮ ਨਹੀਂ। ਦੇਖਣ ਨੂੰ ਉਹ 3 ਕਾਨੂੰਨ ਲੱਗਦੇ ਆ, ਪਰ 3 ਕਾਨੂੰਨ ਦੇ ਪਿੱਛੇ ਜਿਹੜੀ ਸ਼ਕਤੀ ਹੈਗੀ ਆ ਉਹ ਗਲੋਬਲ ਵੀ ਹੈ ਤੇ ਸਾਡੇ ਇੰਡੀਆ ਦੇ ਕਾਰਪੋਰੇਟਾਂ ਦੀ ਹੈ। ਗਲੋਬਲ ਹੁਣੇ ਤੁਸੀਂ IMF ਵਾਲਿਆਂ ਦਾ ਪੜ੍ਹ ਲਿਆ, ਬਿਆਨ ਆ ਗਿਆ ਉਹਨਾਂ ਦਾ, ਆਫੀਸ਼ੀਅਲ ਬਿਆਨ ਆ ਗਿਆ ਉਹਨਾਂ ਦਾ, ਔਰ ਇੱਥੇ ਦਾ ਜਿਹੜਾ ਉਹਨਾਂ ਦਾ ਸਪੋਕਸਮੈਨ ਆ ਉਹਦਾ ਬਿਆਨ ਵੀ ਆ ਗਿਆ। ਬਿਆਨ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ 3 ਕਾਨੂੰਨ ਠੀਕ ਹੈ। ਜਿਹੜੀ ਅੰਤਰਰਾਸ਼ਟਰੀ ਮੁਦਰਾ ਕੋਸ਼ IMF ਜਿਹਨੂੰ ਕਹਿੰਦੇ ਆ, ਇਹ ਕਹਿੰਦੇ 3 ਕਾਨੂੰਨ ਤਾਂ ਠੀਕ ਆ, ਕਿਸਾਨੀ ਲਈ ਇਹ ਬਹੁਤ ਜ਼ਰੂਰੀ ਸੀ, ਇਹਦੋਂ ਵੀ ਪਹਿਲਾਂ ਹੋਣੇ ਚਾਹੀਦੇ ਸੀ। ਪਰ ਜਿਹੜੀ ਕਿਸਾਨੀ ਦੀ ਇਹ ਇੰਨੀ ਜ਼ਿਆਦਾ ਉਹਨਾਂ ਨੂੰ ਡਰ ਪੈਦਾ ਹੋ ਗਿਆ ਕਿ ਅਸੀਂ ਰੁਲ ਜਾਵਾਂਗੇ, ਪੱਟੇ ਜਾਵਾਂਗੇ, ਉੱਜੜ ਜਾਵਾਂਗੇ। ਉਹਨਾਂ ਲਈ ਸੋਸ਼ਲ ਸਿਕਿਉਰਿਟੀ ਦਾ ਪ੍ਰੋਵੀਜ਼ਨ ਜਾਂ ਉਹਨਾਂ ਨੂੰ ਭਰੋਸਾ ਦੇਣਾ, ਉਹਨਾਂ ਦੀ ਸਮਾਜਿਕ ਸੁਰੱਖਿਆ ਦਾ ਉਹ ਵਿੰਡੋ ਵੀ ਹੋਣੀ ਚਾਹੀਦੀ, ਉਹ ਪ੍ਰੋਵੀਜ਼ਨ ਵੀ ਹੋਰ ਹੋਣੇ ਚਾਹੀਦੇ ਆ। ਜਦੋਂ ਪੱਟੇ ਹੀ ਗਏ, ਕਿਹੜੀ ਸੋਸ਼ਲ ਸਿਕਿਉਰਿਟੀ ਕਹਿੰਦੇ ਕੀ, ਸਾਰੇ ਲੋਕ ਇਹਨਾਂ ਕਾਨੂੰਨਾਂ ਦੀ ਬਿਟਵੀਨ ਦਾ ਲਾਈਨਸ ਪੜ੍ਹਦੇ ਆ। BJP ਵਾਲੇ ਬਾਰ-ਬਾਰ ਸਾਨੂੰ RSS ਵਾਲੇ ਕਹਿੰਦੇ ਆ, ਦੱਸੋ ਕਿੱਥੇ ਲਿਖਿਆ ਤੁਹਾਡੀ ਜ਼ਮੀਨ ਲੈ ਲੈਣੀ ਆ? ਅਸੀਂ ਤਾਂ ਲਿਖਿਆ ਕਿ ਕਾਰਪੋਰੇਟ ਉਹਨਾਂ ਦੀ ਜ਼ਮੀਨ ਨਹੀਂ ਲੈ ਸਕਦਾ, ਕਿ ਤੁਸੀਂ ਕਿ ਇੰਨਾ ਰੌਲਾ ਪਾਤ ਹੈ ਕਿ ਜ਼ਮੀਨਾਂ ਖੁੱਸ ਜਾਣੀਆਂ, ਕੁਛ ਨਹੀਂ ਰਹੂ, ਉੱਜੜ ਜਾਊ। ਸਾਨੂੰ ਇਹ ਸਾਰਿਆਂ ਨੂੰ ਪਤਾ, ਜਿਹੜੀ ਐਲੀਮੈਂਟਰੀ ਇਕਨੋਮਿਕਸ ਵੀ ਪੜ੍ਹਦੇ ਆ, ਜਿੱਥੇ ਬੋਰਡ ਉੱਗ ਜਾਏ ਉੱਥੇ ਥੱਲੇ ਕੁਛ ਨਹੀਂ ਹੁੰਦਾ, ਜਿੱਥੇ ਵੱਡੀ ਮੱਛੀ ਹੈ ਉਹ ਛੋਟੀਆਂ ਨੂੰ ਖਾ ਜਾਂਦੀ ਹੈ। ਆਪਾਂ ਨਹੀਂ ਜਾਣਦੇ ਹਾਂ। ਇੱਕ ਪਾਸੇ ਕਾਰਪੋਰੇਟ ਜਿਹੜਾ ਖੇਤੀ ਤੇ ਕਬਜ਼ਾ ਕਰਨ ਲਈ ਇੱਕੋ ਇੱਕ ਸੈਕਟਰ ਜਿਹੜਾ ਬਚਿਆ ਦੁਨੀਆ 'ਚ, ਬਾਕੀ ਸਾਰੇ ਸੈਕਟਰ ਜਿਹੜੇ ਸੈਕੰਡਰੀ ਟਰਸ਼ਰੀ ਐਗਜ਼ਾਸਟ ਆਲਮੋਸਟ ਐਗਜ਼ਾਸਟ ਹੋ ਚੁੱਕੇ ਆ, ਇਹਦੇ ਤੇ ਕਬਜ਼ਾ ਕਰਨਾ ਚਾਹੁੰਦੇ ਹੋ, ਭਾਵੇਂ ਅਮਰੀਕਾ ਹੋਵੇ ਭਾਵੇਂ ਇੰਡੀਆ ਹੋਵੇ।
ਉਹਨਾਂ ਨੂੰ ਇਹਦੇ 'ਚ ਹੀ ਇੱਕ ਆਉਣ ਵਾਲੇ ਸਮੇਂ 'ਚ ਆਪਣੀਆਂ ਸਟੇਕਸ ਤੇ ਪੈਸਾ ਮਿਲਣ ਦਾ ਉਹਨਾਂ ਨੂੰ ਉਮੀਦ ਆ, ਹੋਰ ਜਿਹੜਾ ਜਾਇਦਾਦਾਂ ਬਣਨ ਦਾ। ਤੇ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜਦੋਂ ਮਾਮਲਾ ਐਡਾ ਵੱਡਾ ਹੋਵੇ ਤੇ ਉਹਨਾਂ ਨੇ ਉੱਥੇ ਜਾ ਕੇ ਏਡੇ ਵੱਡੇ ਪੱਧਰ ਦੇ ਉੱਤੇ ਸਾਰਾ ਕੁਝ ਕਰਨਾ, ਤਾਂ ਉਹਨਾਂ ਨੂੰ ਉੱਡਾ ਹੀ ਆਪਣੀ ਆਤਮ ਸ਼ਕਤੀ, ਉੱਡਾ ਹੀ ਉਹਨਾਂ ਨੂੰ ਵਿਸ਼ਵਾਸ, ਉੱਡਾ ਹੀ ਉਹਨਾਂ ਨੂੰ ਭਰੋਸਾ, ਉੱਡਾ ਸਹਿਯੋਗ, ਉੱਡਾ ਹੀ ਜਿਹੜਾ ਸਾਰੇ ਕਿਸਮ ਦੇ ਇੱਕ ਦੂਜੇ ਦੇ ਨਾਲ ਕੋਆਪਰੇਸ਼ਨ ਰੱਖਣਾ ਪਊਗਾ, ਜਿਹੜਾ ਉਸ ਜਿਹੜੇ ਨਵੇਂ ਵਸੇ ਸ਼ਹਿਰਾਂ 'ਚ ਤੁਹਾਨੂੰ ਸਾਫ਼ ਨਜ਼ਰ ਆ ਰਿਹਾ, ਜਿਹਦਾ ਮੇਰੇ ਗਵਾਂਢੀ ਦਾ ਦੁੱਖ ਮੇਰਾ ਦੁੱਖ, ਤੁਹਾਡੀ ਭੁੱਖ ਮੇਰੀ ਭੁੱਖ, ਇਹ ਜਿਹੜਾ ਇੱਕ ਤੁਸੀਂ ਕਹਿ ਲਓ ਸਾਡੇ ਵਿਰਸੇ 'ਚੋਂ ਵੀ ਸਾਨੂੰ ਇੰਜ ਸੋਚਣ ਲਈ ਮਿਲਿਆ। ਉਹ ਵਿਰਸਾ ਜਿਹੜਾ ਅਸੀਂ ਬਹੁਤ ਭੁੱਲ ਗਏ ਸੀ ਤੇ ਕੰਜ਼ਿਊਮਰਿਜ਼ਮ ਦੇ ਵਰਲਡ ਵਿੱਚ, ਖਪਤਵਾਦ ਦੇ ਵਿੱਚ ਉਹ ਬਿਮਾਰੀ ਦਾ ਸ਼ਿਕਾਰ ਹੋ ਜਾਏਗੀ। ਗੱਡੀਆਂ, ਹੋਰ ਨਵੇਂ ਫੋਨ, ਜ਼ਿਆਦਾ ਵੱਡੇ ਘਰ, ਜੇ ਉਹ ਇਸ ਪਦਾਰਥਵਾਦੀ ਜਾਂ ਜਿਹਨੂੰ ਕੰਜ਼ਿਊਮਰਿਜ਼ਮ ਕਹਿੰਦੇ ਆ, ਉਸ 'ਚੋਂ ਸਾਰੇ 'ਚੋਂ ਬਾਹਰ ਨਿਕਲ ਕੇ ਤੁਹਾਨੂੰ ਪਿਆਰ ਹੀ ਪਿਆਰ, ਦੋਸਤ ਹੀ ਦੋਸਤ, ਇਹੋ ਜਿਹਾ ਨਜ਼ਰ ਆਉਣ ਲੱਗ ਜੇ ਜਿਹਦੇ 'ਚ ਕੋਈ ਧਰਮ ਦੀਆਂ ਬਾਉਂਡਰੀਜ਼ ਨਹੀਂ, ਕਿਸੇ 'ਚ ਜਾਤ ਦੀਆਂ ਨਹੀਂ, ਕੁਝ ਜੈਂਡਰ ਦੀਆਂ ਨਹੀਂ। ਇਹ ਜਿਹੜਾ ਨਵਾਂ ਤਜਰਬਾ ਆ, ਇਹ ਇੱਕ ਬਿਲਕੁਲ ਮੈਨੂੰ ਐਂ ਲੱਗਦਾ ਕਿ ਉਸ ਖਪਤਵਾਦੀ ਤੇ ਉਸ ਕਾਰਪੋਰੇਟ ਦੁਨੀਆ ਦਾ ਜਿਹੜੇ ਕਿ ਬੁਲਡੋਜ਼ ਕਰਨਾ ਚਾਹੁੰਦੇ ਆ ਆਮ ਲੋਕਾਂ ਦੀਆਂ ਮੂਵਮੈਂਟਸ ਨੂੰ, ਆਮ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਆ, ਉਹਦਾ ਬਹੁਤ ਵੱਡਾ ਇੱਕ ਜਵਾਬ ਹੈਗਾ। ਇੰਗਲੈਂਡ ਦੀ ਜਿਹੜੀ ਜਿਤਨੀ ਵੀ ਇਨਵੈਸਟਮੈਂਟ ਸੀ, ਉਹ ਕੰਪਨੀਆਂ ਦੀ ਉਹ ਲੋਨਸ ਤੋਂ ਆਈ ਹੋਈ ਸੀਗੀ, ਠੀਕ ਹੈ ਜੀ। ਤੇ ਇੰਡੀਆ ਵਿੱਚ ਜਦੋਂ ਅਵੇਅਰਨੈਸ ਆਈ ਤਾਂ ਇੰਡੀਆ ਦੀ ਜਿਹੜੀ ਪੜ੍ਹਨ ਲਿਖਣ ਵਾਲੀ ਜਮਾਤ ਸੀ, ਜਿਵੇਂ ਜਿਨ੍ਹਾਂ ਬਾਹਰ ਪੜ੍ਹਨ ਚਲਾ ਗਿਆ, ਮਹਾਤਮਾ ਗਾਂਧੀ ਬੈਰਿਸਟਰ ਬਣਿਆ, ਇਹ ਪਟੇਲ ਵਗੈਰਾ, ਰਜਿੰਦਰ ਪ੍ਰਸਾਦ, ਇਹ ਸਾਰੇ ਕੌਣ ਸੀਗੇ? ਇਹ ਲਾਇਰ ਸੀਗੇ। ਸੋ ਇਹਨਾਂ ਨੂੰ ਰਾਜਤੰਤਰ ਦੀ ਸਮਝ ਸੀਗੀ। ਅੰਗਰੇਜ਼ਾਂ ਨੇ ਜਦੋਂ ਇੰਡੀਆ 'ਚ ਕਾਨੂੰਨ ਬਣਾਇਆ, ਉਹ ਮੌਲਵੀਆਂ, ਮੁਫਤੀਆਂ ਅਤੇ ਬ੍ਰਾਹਮਣਾਂ ਪੰਡਤਾਂ ਤੋਂ ਬਕਾਇਦਾ ਸਲਾਹ ਲੈ ਕੇ ਕਾਨੂੰਨ ਬਣਾਉਂਦੇ ਰਹੇ, ਪਾਰਟਿਸਿਪੇਟ ਕਰਦੇ ਰਹੇ ਨਾਲ।